ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ BA ਅਤੇ BCA ਸਮੈਸਟਰ 5th ਉਸ ਦਾ ਜਿਹੜਾ ਆਪਾਂ ਪਲੇ ਕੀਤਾ ਸੀ ਆਲ ਮਾਈ ਸਨਜ਼, ਉਸ ਦੇ ਲੌਂਗ ਕੁਐਸਚਨ ਨੇ ਜਿਹੜੇ ਆਪਾਂ ਕਰ ਰਹੇ ਸੀ। ਪਿਛਲੇ 9 ਕੁਐਸਚਨ ਜਿਹੜੇ ਆਪਾਂ ਕਰ ਚੁੱਕੇ ਹਾਂ, ਤੇ ਹੁਣ ਦੇਖੋ ਅੱਗੇ 10th ਜਿਹੜਾ ਆਪਣਾ ਲੌਂਗ ਕੁਐਸਚਨ ਹੈ ਆਲ ਮਾਈ ਸਨਜ਼ ਦਾ। ਗਿਵ ਅ ਡਿਟੇਲਡ ਅਕਾਊਂਟ of the love story of Chris and Anne। ਕ੍ਰਿਸ ਅਤੇ ਐਨ ਦੀ ਜਿਹੜੀ ਆਪਸ 'ਚ ਲਵ ਸਟੋਰੀ ਤੀ ਉਸ ਬਾਰੇ ਡਿਟੇਲ ਦੇ ਵਿੱਚ ਆਪਾਂ ਚਰਚਾ ਕਰਨੀ ਹੈ ਇਸ ਕੁਐਸਚਨ ਦੇ ਵਿੱਚ। ਸੋ ਦੇਖੋ ਸ਼ੁਰੂ ਕਰਦੇ ਹਾਂ। ਐਨ ਐਂਡ ਕ੍ਰਿਸ's ਮਿਊਚੁਅਲ ਲਵ ਕਾਜ਼ਜ਼ ਅ ਟ੍ਰੈਜਡੀ ਇਨ ਦਾ ਪਲੇ। ਉਹਨਾਂ ਦਾ ਆਪਸੀ ਜਿਹੜਾ ਪਿਆਰ ਹੈ ਕ੍ਰਿਸ ਤੇ ਐਨ ਦਾ ਇਸ ਪਲੇ ਦੇ ਵਿੱਚ ਇੱਕ ਟ੍ਰੈਜਡੀ ਦਾ ਕਾਜ਼ ਬਣਦਾ ਹੈ, ਦੁਖਾਂਤ ਦਾ। ਐਨ ਇਜ਼ ਦ ਡਾਟਰ ਆਫ ਜੋਏ ਕੇਲਰਜ਼ ਨੇਬਰ ਐਂਡ ਬਿਜ਼ਨਸ ਪਾਰਟਨਰ ਸਟੀਵ ਡੀਵਰ। ਜਿਹੜੀ ਐਨ ਹੈ ਜੋਏ ਕੇਲਰ ਦੇ ਗਵਾਂਢੀ ਅਤੇ ਉਸਦੇ ਪਾਰਟਨਰ ਸਟੀਵ ਡੀਵਰ ਦੀ ਬੇਟੀ ਹੈ। ਐਨ ਗੈਟਸ ਅੰਗੇਜਡ ਟੂ ਲੈਰੀ ਜੋਇਜ਼ ਸਨ। ਜਿਹੜੀ ਐਨ ਹੈ ਉਹ ਜੋਏ ਕੇਲਰ ਦੇ ਵੱਡਾ ਜਿਹੜਾ ਬੇਟਾ ਸੀ ਲੈਰੀ, ਉਸ ਨਾਲ ਉਸ ਦੀ ਮੰਗਣੀ ਹੋਈ ਸੀ। ਬਟ ਲੈਰੀ ਇਜ਼ ਰਿਪੋਰਟਡ ਮਿਸਿੰਗ ਇਨ ਦਾ 에ਅਰ ਫੋਰਸ ਡਿਊਰਿੰਗ ਦਾ ਵਾਰ। ਪਰ ਜਿਹੜਾ ਲੈਰੀ ਹੈ ਜਦੋਂ ਯੁੱਧ ਚੱਲ ਰਿਹਾ ਸੀਗਾ 에ਅਰ ਫੋਰਸ ਦੇ ਵਿੱਚ, ਉਸ ਦੀ ਮਿਸਿੰਗ ਰਿਪੋਰਟ ਆ ਗਈ ਕਿ ਉਹ ਮਿਸ ਹੋ ਗਿਆ, ਮਿਲਿਆ ਨਹੀਂ ਹੈਗਾ। ਜੋਏ ਐਂਡ ਸਟੀਵ ਆਰ ਅਰੈਸਟਡ ਫਾਰ ਸੈਂਡਿੰਗ ਡਿਫੈਕਟਿਵ ਸਿਲੰਡਰਸ ਟੂ ਦਾ 에ਅਰ ਫੋਰਸ। ਜੋਏ ਅਤੇ ਸਟੀਵ ਨੇ ਜਿਹੜੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਸੀ ਕਿ 에ਅਰ ਫੋਰਸ ਨੂੰ ਉਹਨਾਂ ਨੇ ਡਿਫੈਕਟਿਵ ਜਿਹੜੇ ਸਿਲੰਡਰ ਨੇ ਉਹ ਭੇਜੇ ਸੀ। ਜੋਏ ਕਲੈਵਰਲੀ escapes ਐਂਡ ਸਟੀਵ ਗੋਜ਼ ਟੂ ਜੇਲ। ਜਿਹੜਾ ਜੋਏ ਹੈ ਉਹ ਚਲਾਕੀ ਨਾਲ ਬਚ ਗਿਆ ਸੀ ਅਤੇ ਸਟੀਵ ਹੈ ਜਿਹੜਾ ਉਸਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਐਨ ਐਂਡ ਜੌਰਜ ਵਿਦ ਦੇਅਰ ਮਦਰ ਗੋ ਟੂ ਨਿਊਯਾਰਕ। ਅਤੇ ਐਨ ਤੇ ਜਿਹੜੇ ਜੌਰਜ ਸੀ ਉਹ ਆਪਣੀ ਮਾਤਾ ਦੇ ਨਾਲ ਨਿਊਯਾਰਕ ਚਲੇ ਗਏ ਸੀ ਜਦੋਂ ਉਹਨਾਂ ਦਾ ਪਿਤਾ ਸਟੀਵ ਜੇਲ੍ਹ ਦੇ ਵਿੱਚ ਚਲੇ ਗਿਆ ਸੀ। ਜੋਏ ਕੇਲਰਜ਼ ਵਾਈਫ ਕੇਟ ਕੇਲਰ ਬਲੀਵਜ਼ ਦੈਟ ਲੈਰੀ ਇਜ਼ ਅਲਾਈਵ ਐਂਡ ਵਿਲ ਰਿਟਰਨ ਵਨ ਡੇ। ਜਿਹੜੀ ਜੋਏ ਕੇਲਰ ਦੀ ਪਤਨੀ ਹੈ ਕੇਟ ਕੇਲਰ, ਲੈਰੀ ਦੀ ਮਾਂ, ਉਸ ਨੂੰ ਵਿਸ਼ਵਾਸ ਹੈ ਕਿ ਲੈਰੀ ਆ ਜਿਹੜਾ ਇੱਕ ਨਾ ਇੱਕ ਦਿਨ ਵਾਪਸ ਜ਼ਰੂਰ ਆਵੇਗਾ। ਬਟ ਅਦਰ ਫੈਮਿਲੀ ਮੈਂਬਰਸ ਹੈਵ ਲਰਨਡ ਦੈਟ ਲੈਰੀ ਵਿਲ ਨੈਵਰ ਰਿਟਰਨ। ਪਰ ਦੂਸਰੇ ਜਿਹੜੇ ਸਾਰੇ ਮੈਂਬਰ ਜਾਣਦੇ ਸੀ ਕਿ ਲੈਰੀ ਆ ਜਿਹੜਾ ਕਦੇ ਵੀ ਵਾਪਸ ਨਹੀਂ ਆਵੇਗਾ। ਕ੍ਰਿਸ ਕੀਪਸ ਇਨ ਟੱਚ ਵਿਦ ਐਨ ਥਰੂ ਲੈਟਰਸ। ਜਿਹੜਾ ਕ੍ਰਿਸ ਹੈ ਉਹ ਮਤਲਬ ਜਿਹੜਾ ਐਨ ਹੈ, ਐਨ ਦੇ ਨਾਲ ਥੋੜ੍ਹਾ ਟੱਚ ਦੇ ਵਿੱਚ ਹੈਗਾ ਸੀਗਾ, ਮਤਲਬ ਇੱਕ ਦੂਸਰੇ ਨੂੰ ਖਤ ਵਗੈਰਾ ਜਿਹੜੇ ਲਿਖਦੇ ਰਹਿੰਦੇ ਸੀ। ਉਹ ਚਲੀ ਗਈ ਸੀ ਨਾ ਨਿਊਯਾਰਕ, ਤਾਂ ਉਹ ਖਤ ਵਗੈਰਾ ਇੱਕ ਦੂਸਰੇ ਨੂੰ ਲਿਖਦੇ ਰਹਿੰਦੇ ਸੀ। ਦੇ ਸੀਮ ਟੂ ਲਾਈਕ ਈਚ ਅਦਰ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਪਏ। ਕੌਣ ਕੌਣ? ਐਨ ਅਤੇ ਕ੍ਰਿਸ। ਦੇ ਵਾਂਟ ਟੂ ਮੈਰੀ ਈਚ ਅਦਰ। ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਉਹ। ਕ੍ਰਿਸ ਟੈਲਜ਼ ਹਿਜ਼ ਪੇਰੈਂਟਸ ਦੈਟ ਹੀ ਵਾਂਟਸ ਟੂ ਮੈਰੀ ਐਨ। ਤਾਂ ਕ੍ਰਿਸ ਦੱਸਦਾ ਆਪਣੇ ਪੇਰੈਂਟਸ ਨੂੰ ਕਿ ਉਹ ਐਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਬਟ ਕੇਟ ਵਾਂਟਸ ਐਨ ਟੂ ਵੇਟ ਫਾਰ ਲੈਰੀ। ਪਰ ਜਿਹੜੀ ਕੇਟ ਕੇਲਰ ਹੈ ਉਹਨਾਂ ਦੀ ਮਾਤਾ, ਕ੍ਰਿਸ ਦੀ ਮਾਂ, ਉਹ ਚਾਹੁੰਦੀ ਹੈ ਕਿ ਜਿਹੜੀ ਐਨ ਹੈ ਉਹ ਲੈਰੀ ਦਾ ਇੰਤਜ਼ਾਰ ਕਰੇ, ਕਿਉਂਕਿ ਉਹ ਲੈਰੀ ਨਾਲ ਮੰਗੀ ਹੋਈ ਸੀ ਨਾ। ਉਹ ਕਹਿੰਦੀ ਲੈਰੀ ਵਾਪਸ ਆਊਗਾ। ਸੋ ਸ਼ੀ ਡਜ਼ ਨਾਟ ਅਲਾਓ ਦੈਮ ਟੂ ਮੈਰੀ ਈਚ ਅਦਰ। ਇਸ ਲਈ ਉਹ ਦੋਨਾਂ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਆਪਸ ਦੇ ਵਿੱਚ ਵਿਆਹ ਕਰਾਉਣ ਦੇ ਲਈ। ਕ੍ਰਿਸ ਥ੍ਰੀਟਨਸ ਟੂ ਲੀਵ ਦਾ ਹਾਊਸ ਇਫ ਹੀ ਇਜ਼ ਨਾਟ ਮੈਰਿਡ ਟੂ ਐਨ। ਕ੍ਰਿਸ ਧਮਕੀ ਦਿੰਦਾ, ਥ੍ਰੀਟਨਸ ਹੁੰਦਾ ਧਮਕੀ ਦੇਣਾ, ਕਹਿੰਦਾ ਉਹ ਘਰ ਛੱਡ ਕੇ ਚਲਿਆ ਜਾਊਗਾ ਜੇਕਰ ਉਸਦੀ ਜਿਹੜੀ ਸ਼ਾਦੀ ਹੈ ਨਹੀਂ ਹੁੰਦੀ ਐਨ ਦੇ ਨਾਲ। ਦੈਨ ਹੀ ਟਰਾਈਜ਼ ਟੂ ਟਾਕ ਟੂ ਹਿਜ਼ ਮਦਰ ਬਟ ਕੇਟ ਡਜ਼ਨਟ ਅੰਡਰਸਟੈਂਡ। ਤਾਂ ਫਿਰ ਉਹ ਆਪਣੀ ਮਾਤਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕ੍ਰਿਸ ਵਿਆਹ ਦੇ ਲਈ ਐਨ ਦੇ ਨਾਲ, ਪਰ ਉਸਦੀ ਮਾਤਾ ਜਿਹੜੀ ਡਜ਼ਨਟ ਅੰਡਰਸਟੈਂਡ, ਉਹ ਨਹੀਂ ਸਮਝਦੀ। ਸ਼ੀ ਸੇਜ਼ ਐਨ ਆਲਸੋ ਬਲੀਵ ਇਨ ਲੈਰੀ ਬੀਂਗ ਅਲਾਈਵ। ਉਹ ਕਹਿੰਦੀ ਹੈ ਐਨ ਨੂੰ ਉਹ ਇਹ ਗੱਲ ਵੀ ਕਹਿੰਦੀ ਹੈ ਕਿ ਲੈਰੀ ਹੈ ਜਿਹੜਾ ਉਹ ਹਜੇ ਜਿਉਂਦਾ, ਵੀ ਲੈਰੀ ਤੇਰਾ ਮੰਗੇਤਰਾ ਜਿਹੜਾ ਉਹ ਹਜੇ ਜਿਉਂਦਾ, ਤੂੰ ਕ੍ਰਿਸ ਨਾਲ ਵਿਆਹ ਨਾ ਕਰਵਾ। ਬਟ ਐਨ ਇਜ਼ ਸ਼ੋਰ ਦੈਟ ਲੈਰੀ ਇਜ਼ ਨੋ ਮੋਰ। ਪਰ ਜਿਹੜੀ ਐਨ ਹੈ ਉਹ ਸ਼ੋਰ ਹੈ ਕਿ ਲੈਰੀ ਹੈ ਜਿਹੜਾ ਉਹ ਮਰ ਗਿਆ, ਹੈ ਨਹੀਂ ਜਿਉਂਦਾ। ਔਨ ਦਾ ਡੇ ਆਫ ਹਿਜ਼ ਡੈਥ। ਕਿਉਂਕਿ ਉਸ ਦੀ ਡੈਥ ਵਾਲੇ ਦਿਨ, ਜਦੋਂ ਲੈਰੀ ਮਰਿਆ ਸੀ ਜਿਸ ਦਿਨ, ਲੈਰੀ ਹੈਡ ਰਿਟਨ ਅ ਲੈਟਰ ਟੂ ਐਨ। ਲੈਰੀ ਨੇ ਐਨ ਨੂੰ ਖਤ ਲਿਖਿਆ ਸੀਗਾ। ਹੀ ਸੈਡ ਦੈਟ ਹੀ ਵਾਜ਼ ਅਸ਼ੇਮਡ ਆਫ ਹਿਜ਼ ਫਾਦਰਜ਼ ਕ੍ਰਾਈਮ ਵਿਚ ਲਿਡ ਟੂ ਦਾ ਡੈਥ ਆਫ 21 ਪਾਇਲਟਸ। ਉਸਨੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਉਸ ਨੂੰ ਸ਼ਰਮ ਆ ਰਹੀ ਹੈ ਆਪਣੇ ਪਿਤਾ ਦੇ ਇਸ ਕਾਰਨਾਮੇ 'ਤੇ ਕਿ ਉਸਨੇ ਜਿਹੜਾ ਕ੍ਰਾਈਮ ਕੀਤਾ 에ਅਰ ਫੋਰਸ ਨੂੰ ਸਿਲੰਡਰ ਭੇਜੇ ਸੀਗੇ, ਜਿਸ ਕਾਰਨ 21 ਪਾਇਲਟਸ ਨੇ ਜਿਹੜੇ ਉਹ ਮਾਰੇ ਗਏ। ਸ਼ੀ ਹੈਜ਼ ਦੈਟ ਲੈਟਰ
इन हर पॉकेट। वो जिहड़ा लैटर है वो एन दी पॉकेट दे विच है, इसलिए एन नूं पता है कि लैरी तो सचमुच मर गया, इसलिए वो क्रिस दे नाल ब्याह कराउणा चाहुंदी है। शी डिडंट वांट टू शो दिस लैटर अनलैस देयर वॉज नीड फॉर इट। वो मतलब उदों तक वो खत नहीं दिखाना चाहती कि जदों तक उसकी जरूरत नहीं हैगी, कि जेकर केट है जी उन्होंने ब्याह लई एवं मन जे तां करके वो खत है जी हजे उसनूं दिखाउण दी कहंदी जरूरत नहीं हैगी। क्रिस मीट्स एन अलोन, क्रिस मिलता है एन नूं कल्ले। ही टैल्स हर अबाउट हिज लव, अपने प्यार के बारे इजहार करता हो। एन ऑल्सो एडमिट्स हर लव फॉर हिम, एन भी कहती है कि मैं भी उसनूं प्यार करदी हाँ। क्रिस किसिस हर, उसनूं किस करदा है। दैन एन आस्कस क्रिस अबाउट हिज सैडनैस, उसकी अपनी सैडनैस के बारे मायूसी बारे दसदी है वो क्रिस नूं। ही सेज दैट ही इज़ सैड टू सी पीपल इन द रेस टू मेक मनी द सॉरी की कहंदा वो कहंदा ही सेज क्रिस कह रहा है कि वह सैड है, बहुत ज़्यादा सैड है। क्यों सैड है? क्योंकि जिहड़ा कहंदा लोग ने वो रेस दे विच लगे हुए ने टू मेक मनी, पैसे बनाउण दी रेस दे विच जिहड़े लोग ने कहंदा अजकल लगे हुए ने। कोई क्रिस है जिहड़ा वो आइडियलिस्ट सी ना। द मनी अर्नड बाय हिज फादर लुक्स टेंटेड TAINTED टेंटेड। द मनी अर्नड बाय हिज फादर लुक्स टेंटेड टू हिम, जिहड़ी कहंदे उसके पिता ने जिहड़ा पैसा कमाया होया वो की है टेंटेड। टेंटेड हुंदा कि जिन्ना कि आपां छल कपट दे नाल जां बेईमानी दे नाल कोई आपां पैसा कमाउने आ। कहना मैनूं इस तरह लगदा कि मेरे पिता का कमाया होया पैसा की है बेईमानी का पैसा है। बट एन इनकरेज हिम, पर एन उसनूं हौसला दिंदी है। विच मेक्स क्रिस फील बैटर, जो कि क्रिस नूं थोड़ा बैटर फील हुंदा है। दैन जॉर्ज कम्स, उस तो बाद जॉर्ज आउंदा है। एंड द सिचुएशन बिकम्स कॉम्पलीकेटेड, जो जॉर्ज आउंदा है तो फिर जी सिचुएशन है थोड़ी पजल हो जाती है, कॉम्पलीकेटेड हो जाती है। जॉर्ज टेल्स एन दैट शी शुड नॉट मैरी क्रिस बिकॉज हिज फादर जॉय केलर हैज़ डिस्ट्रॉयड देयर फैमिली। तो जॉर्ज कहता कि एन नूं ब्याह नहीं करवाउणा चाहिए क्रिस नाल, क्योंकि उसके पिता ने जॉय केलर ने अपनी जिहड़ी फैमिली है उसनूं बर्बाद किया है। बट एन डजंट केयर, पर एन नूं कोई परवाह नहीं। शी हैज़ मेड अप हर माइंड टू मैरी क्रिस, वो अपना जिहड़ा मन है बना चुकी है क्रिस नाल ब्याह करवाउण दा। केट थिंक्स दैट, उधर केट की सोची जाती है, केट थिंक्स दैट लैरी इज़ अलाइव। एन तो केट कहती कि लैरी है जिहड़ा वो जिउंदा है। एन वॉन्ट्स टू फ्री क्रिस फ्रॉम द फीलिंग्स दैट ही इज़ गोइंग टू मैरी लैरीज गर्ल। जिहड़ी एन है वो क्रिस नूं इस फीलिंग तो फ्री करना चाहती है कि क्रिस है जिहड़ा वो अपने भरा दी फियांसी नाल, अपने भरा दी मंगेतर नाल ब्याह करा रहा, कि उसके दिल दे विच एवें ना होवे। तो इस दे लई वो की करदी है, सो शी शोज़ द लैटर टू प्रूव दैट लैरी इज़ नो मोर। तो वो जिहड़ा लैटर है वो दिखा दिंदी है जिहड़ा लैरी ने उसनूं लिखिया सीगा कि मैं सुसाइड करन जा रहा। सो लैटर दिखाउंदी है कि देखो लैटर, लैरी नहीं हैगा जिंदा। नाउ शी हैज़ नो डाउट अबाउट लैरीज डैथ, हुण उसनूं लैरी की डैथ बारे कोई डाउट नहीं हैगा। द क्वारल बिटवीन केट एंड एन कम्स टू एंड, जिहड़ा झगड़ा सीगा एन ते केट दे विचकार लैरी नूं लैके, केट कहती लैरी जिउंदा है, एन कहती मर गया, वो की है हुण खत्म हो जाता है। एंड द वे इज़ क्लीयर फॉर एनज मैरिज विद क्रिस, इस तरह जिहड़ा एन का विआह करवाउण दा रस्ता है क्रिस दे नाल वो हुण क्लीयर हो जाता है ते उन्हां दोनां दी शादी हो जाती है। सो ये सीगा लव स्टोरी एन एंड क्रिस। एंड हुण अगे देखो इसे वीडियो के विच आपां एक क्वेश्चन होर करते हैं, कमेंट ऑन द एंडिंग ऑफ द प्ले ऑल माई सन्स। जेकर आपां प्ले की एंडिंग पुछ लेती जाए, देखो ये भी यही है द एंडिंग ऑफ द प्ले, जे एंडिंग दस्सण लई कह दी जाए तो आपां जिहड़ा क्वेश्चन है उसका आंसर देवांगे। सो देखो स्टार्ट करते हैं। द एंडिंग ऑफ द प्ले इज़ वैरी लॉजिकल, जिहड़ी प्ले की एंडिंग है वो बहुत ज़्यादा लॉजिकल है। इट अराउजेज आवर इमोशनस, ये मतलब अपने जिहड़े इमोशनस ने उन्हां दुआले घूमती हैगी जिहड़ी प्ले की एंडिंग है। अपने इमोशनस दुआले घूमण का मतलब कि आपां इमोशनल भी हुंदे थोड़े जे जदों प्ले की आपां एंडिंग देखदे हां कि किस तरह प्ले दे विच एंड दे विच की ट्रैजेडी हुंदी है। द मेन थीम ऑफ द प्ले इज़ द कन्फ्लिक्ट बिटवीन सोशल रिस्पोंसिबिलिटीज़ एंड फैमिली रिस्पोंसिबिलिटीज़। जिहड़ी मेन थीम है इस प्ले की
ਉਹ ਕੀ ਹੈ, ਇੱਕ ਤਾਂ ਹੈਗੀ ਸੋਸ਼ਲ ਰਿਸਪੌਂਸੀਬਿਲਟੀਜ਼ ਕਿ ਆਪਣੀਆਂ ਸੁਸਾਇਟੀ ਪ੍ਰਤੀ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ, ਅਤੇ ਦੂਸਰਾ ਫੈਮਿਲੀ ਰਿਸਪੌਂਸੀਬਿਲਟੀਜ਼ ਅਤੇ ਜਿਹੜੀਆਂ ਆਪਣੀਆਂ ਪਰਿਵਾਰ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨੇ। ਇਹ ਥੀਮ ਹੈ। ਜੋਏ ਕੇਲਰ ਕਮਿਟਡ ਦ ਕ੍ਰਾਈਮ ਬਾय ਸੈਂਡਿੰਗ ਡੈਮੇਜਡ ਸਿਲੰਡਰ ਟੂ ਦ 에ਅਰਫੋਰਸ। ਜਿਹੜਾ ਜੋਏ ਕੇਲਰ ਹੈ ਉਸਨੇ ਕੀ ਹੈ, ਇੱਕ ਕ੍ਰਾਈਮ ਕੀਤਾ ਹੈ 에ਅਰਫੋਰਸ ਨੂੰ ਗਲਤ ਸਿਲੰਡਰ ਭੇਜ ਕੇ। ਜੋਏ ਕੇਲਰ ਬਲੇਮਡ ਹਿਜ਼ ਪਾਰਟਨਰ ਸਟੀਵ ਡੀਵਰ ਐਂਡ escaped। ਜਿਹੜਾ ਜੋਏ ਕੇਲਰ ਹੈ ਉਹ ਆਪਣਾ ਜਿਹੜਾ ਇਹ ਬਲੇਮ ਹੈ ਉਹ ਸਟੀਵ ਡੀਵਰ ਦੇ ਉੱਪਰ ਲਗਾ ਦਿੰਦਾ ਹੈ ਅਤੇ ਆਪ ਬਚ ਨਿਕਲਦਾ ਹੈ। ਸਟੀਵ ਵਾਜ਼ sentenced ਟੂ ਪ੍ਰਿਜ਼ਨ। ਸਟੀਵ ਡੀਵਰ ਨੂੰ ਜੇਲ੍ਹ ਹੋ ਜਾਂਦੀ ਹੈ। ਥਸ ਜੋਏ ਕੇਲਰ ਵਾਜ਼ ਟਵਾਈਸ ਗਿਲਟੀ ਆਫ ਕ੍ਰਾਈਮ। ਇਸ ਤਰ੍ਹਾਂ ਜਿਹੜਾ ਜੋਏ ਕੇਲਰ ਹੈ ਉਹ ਦੋ ਕ੍ਰਾਈਮ ਕਰਦਾ, ਇੱਕ ਤਾਂ ਸਿਲੰਡਰ ਭੇਜਣ ਦਾ ਅਤੇ ਦੂਸਰਾ ਆਪਣੇ ਪਾਰਟਨਰ ਤੇ ਗਲਤ ਇਲਜ਼ਾਮ ਲਾ ਕੇ ਉਸ ਨੂੰ ਕੈਦ ਦੇ ਵਿੱਚ ਭੇਜਣ ਦਾ। ਕ੍ਰਿਸ didn't know about his father's guilt। ਜਿਹੜਾ ਕ੍ਰਿਸ ਹੈ ਉਹ ਆਪਣੇ ਫਾਦਰ ਦੀ ਜਿਹੜੀ ਗਿਲਟ ਹੈ ਉਸ ਬਾਰੇ ਉਸ ਨੂੰ ਕੁਝ ਨਹੀਂ ਪਤਾ। he thought only Steve was guilty। ਉਹ ਸਿਰਫ ਇਹ ਸੋਚਦਾ ਕਿ ਸਟੀਵ ਹੈ ਜਿਹੜਾ ਉਹੀ ਗਿਲਟੀ ਹੈ। when the truth comes out। ਜਦੋਂ ਕਿਹੜਾ ਸੱਚਾਈ ਬਾਹਰ ਆਉਂਦੀ ਹੈ, ਜਦੋਂ ਜਾਰਜ ਸੁਣ ਕੇ ਆਉਂਦਾ ਆਪਣੇ ਪਿਤਾ ਤੋਂ ਦੱਸਦਾ ਉਹ, ਜਦੋਂ ਅਸਲੀ ਸੱਚਾਈ ਪਤਾ ਲੱਗਦੀ ਹੈ, ਜੋਏ ਸੇਜ਼ ਦੈਟ ਹੀ ਡਿਡ ਇਟ ਟੂ ਸੇਵ ਹਿਜ਼ ਬਿਜ਼ਨਸ। ਕਹਿੰਦਾ ਇਹ ਉਸਨੇ ਆਪਣੇ ਬਿਜ਼ਨਸ ਨੂੰ ਬਚਾਉਣ ਵਾਸਤੇ ਕੀਤਾ ਸੀ। ਜੋਏ ਕੇਲਰ ਕਹਿੰਦਾ ਹੀ ਡਿਡ ਆਲ ਦਿਸ ਫਾਰ ਹਿਜ਼ ਫੈਮਿਲੀ। ਕਹਿੰਦਾ ਸਾਰਾ ਕੁਛ ਇਹ ਉਸਨੇ ਆਪਣੀ ਫੈਮਿਲੀ ਦੇ ਲਈ ਕੀਤਾ। ਬਟ ਫਾਰ ਕ੍ਰਿਸ ਸੋਸ਼ਲ ਰਿਸਪੌਂਸੀਬਿਲਿਟੀ ਇਜ਼ ਮੋਰ ਇੰਪੋਰਟੈਂਟ ਦੈਨ ਫੈਮਿਲੀ। ਪਰ ਜਿਹੜਾ ਕ੍ਰਿਸ ਹੈ ਉਹ ਇੱਕ ਆਈਡੀਅਲਿਸਟ ਹੈ। ਉਹ ਕਹਿੰਦਾ ਕਿ ਉਸ ਦੇ ਲਈ ਸੋਸ਼ਲ ਰਿਸਪੌਂਸੀਬਿਲਿਟੀਜ਼ ਨੇ ਜਿਹੜੀਆਂ ਉਹ ਫੈਮਿਲੀ ਤੋਂ ਜ਼ਿਆਦਾ ਉੱਪਰ ਨੇ। ਜੋਏ ਰਿਗਰੈਟਸ ਵੈਨ ਕ੍ਰਿਸ ਰੀਡਸ ਆਊਟ ਦਾ ਲੈਟਰ ਵਿਚ ਲੈਰੀ ਹੈਡ ਰਿਟਨ ਟੂ ਐਨ ਡਿਊਰਿੰਗ ਦਾ ਵਾਰ। ਜਿਹੜਾ ਜੋਏ ਹੈ ਉਹ ਰਿਗਰੈਟ ਫੀਲ ਕਰਦਾ, ਮਤਲਬ ਥੋੜਾ ਉਸ ਨੂੰ ਅਨੁਭਵ ਜਿਹਾ ਹੁੰਦਾ, ਅਹਿਸਾਸ ਹੁੰਦਾ ਜਦੋਂ ਕ੍ਰਿਸ ਹੈ ਜਿਹੜਾ ਉਹ ਲੈਟਰ ਪੜ੍ਹਦਾ ਜਿਹੜਾ ਕਿ ਲੈਰੀ ਨੇ ਲਿਖਿਆ ਸੀ ਐਨ ਨੂੰ, ਜਦੋਂ ਯੁੱਧ ਹੋ ਰਿਹਾ ਸੀਗਾ। ਇਨ ਦ ਲੈਟਰ ਲੈਰੀ ਰੋਟ ਅਬਾਊਟ ਕਮਿਟਿੰਗ ਸੁਸਾਈਡ। ਲੈਰੀ ਨੇ ਇਸ ਲੈਟਰ ਦੇ ਵਿੱਚ ਸੁਸਾਈਡ ਕਰਨ ਦੇ ਬਾਰੇ ਲਿਖਿਆ ਆਪਣਾ। ਬਿਕੋਜ਼ ਦ ਡਿਫੈਕਟਿਵ ਸਿਲੰਡਰਸ ਸੈਂਟ ਬਾਏ ਹਿਜ਼ ਫਾਦਰ ਹੈਡ ਕਿਲਡ 21 ਪਾਇਲਟਸ। ਕਿਉਂਕਿ ਕਹਿੰਦਾ ਜਿਹੜੇ ਡਿਫੈਕਟਿਵ ਸਿਲੰਡਰ ਉਹਦੇ ਪਿਤਾ ਨੇ ਭੇਜੇ ਨੇ ਉਸ ਦੇ ਕਾਰਨ 21 ਜਿਹੜੇ ਪਾਇਲਟ ਨੇ ਉਹਨਾਂ ਦੀ ਮੌਤ ਹੋ ਗਈ। ਇਸ ਲਈ ਲੈਰੀ ਨੂੰ ਬਹੁਤ ਜ਼ਿਆਦਾ ਦੁੱਖ ਹੈ ਅਤੇ ਉਹ ਸੁਸਾਈਡ ਕਰ ਰਿਹਾ। ਵੈਨ ਦ ਲੈਟਰ ਇਜ਼ ਰੀਡ। ਜਦੋਂ ਲੈਟਰ ਹੈ ਜਿਹੜਾ ਪੜ੍ਹਿਆ ਜਾਂਦਾ ਹੈ, ਜੋਏ ਕੇਲਰ ਰਿਅਲਾਈਜ਼ਜ਼ ਹਿਜ਼ ਮਿਸਟੇਕ। ਤਾਂ ਜੋਏ ਕੇਲਰ ਨੂੰ ਆਪਣੀ ਜਿਹੜੀ ਮਿਸਟੇਕ ਹੈ ਉਹ ਰਿਅਲਾਈਜ਼ ਹੁੰਦੀ ਹੈ, ਫੀਲ ਕਰਦਾ ਉਹ। ਵੈਨ ਕ੍ਰਿਸ ਕ੍ਰਿਟੀਸਾਈਜ਼ਜ਼ ਹਿਜ਼ ਫਾਦਰ। ਜਦੋਂ ਕ੍ਰਿਸ ਆਪਣੇ ਪਿਤਾ ਨੂੰ ਹੁਣ ਕ੍ਰਿਟੀਸਾਈਜ਼ ਕਰਦਾ ਹੈ ਕਿ ਉਸਨੇ ਇਹ ਜੁਰਮ ਕੀਤਾ। ਜੋਏ ਕੇਲਰ ਡਿਸਾਈਡਸ ਟੂ ਕਨਫੈਸ ਟੂ ਦਾ ਪੁਲਿਸ। ਤਾਂ ਜੋਏ ਕੇਲਰ ਹੈ ਜਿਹੜਾ ਉਹ ਡਿਸਾਈਡ ਕਰਦਾ ਕਿ ਉਹ ਪੁਲਿਸ ਕੋਲੇ ਸਾਰਾ ਕੁਛ ਜਿਹੜਾ ਕਬੂਲ ਕਰ ਲਵੇਗਾ ਕਿ ਉਸਨੇ ਜ਼ੁਲਮ ਕੀਤਾ। ਕੇਟ ਟਰਾਈਜ਼ ਟੂ ਸਟੋਪ ਹਰ ਹਸਬੈਂਡ ਫਰੋਮ ਗੋਇੰਗ ਟੂ ਦਾ ਪੁਲਿਸ। ਜਿਹੜੀ ਕੇਟ ਹੈ ਉਹ ਰੋਕਦੀ ਹੈ ਆਪਣੇ ਪਿਤਾ ਨੂੰ ਆਪਣੇ ਹਸਬੈਂਡ ਨੂੰ, ਜੋਏ ਕੇਲਰ ਨੂੰ, ਪੁਲਿਸ ਕੋਲੇ ਨਾ ਜਾਣ ਤੋਂ, ਕਿਉਂਕਿ ਉਹ ਡਰਦੀ ਹੈ ਕਿ ਉਸ ਨੂੰ ਸਜ਼ਾ ਨਾ ਹੋ ਜਾਵੇ। ਬਟ ਕ੍ਰਿਸ ਸੇਜ਼ ਦੈਟ ਜੋਏ ਮਸਟ ਗੋ ਟੂ ਦਾ ਪੁਲਿਸ ਐਂਡ ਕਨਫੈਸ ਹਿਜ਼ ਕ੍ਰਾਈਮ। ਪਰ ਜਿਹੜਾ ਕ੍ਰਿਸ ਹੈ ਉਹ ਕਹਿੰਦਾ ਕਿ ਜੋਏ ਕੇਲਰ ਨੂੰ ਆਪਣੇ ਪਿਤਾ ਨੂੰ ਜ਼ਰੂਰ ਜਾਣਾ ਚਾਹੀਦਾ, ਕਹਿੰਦਾ ਪੁਲਿਸ ਕੋਲ ਤੇ ਆਪਣਾ ਜੁਰਮ ਹੈ ਜਿਹੜਾ ਕਬੂਲ ਕਰਨਾ ਚਾਹੀਦਾ, ਕਿਉਂਕਿ ਕ੍ਰਿਸ ਹੈ ਜਿਹੜਾ ਉਹ ਇੱਕ ਆਈਡੀਅਲਿਸਟ ਹੈ, ਬਹੁਤ ਵਧੀਆ ਇਨਸਾਨ ਹੈ। ਜੋਏ ਵਾਜ਼ ਨਾਟ ਅਫੈਕਟਡ ਬਾਏ ਜੋਰਜਸ ਅਕਿਊਜ਼ੇਸ਼ਨ ਹੁੰਦਾ ਹੈ ਦੋਸ਼ ਲਗਾਉਣਾ। ਜਿਹੜਾ ਜੋਏ ਕੇਲਰ ਹੈ ਉਹ ਮਤਲਬ ਇੰਨਾ ਪ੍ਰਭਾਵਿਤ ਨਹੀਂ ਹੋਇਆ ਜੋਰਜ ਦੇ ਦੋਸ਼ ਲਾਉਣ ਤੋਂ। ਜਦੋਂ ਮਤਲਬ ਜੋਰਜ ਨੇ ਦੋਸ਼ ਲਾਏ ਸੀ ਉਸਦੇ ਕਿ ਮੇਰਾ ਪਿਤਾ ਨਿਰਦੋਸ਼ ਹੈ, ਤੂੰ ਕੀਤਾ ਸਾਰਾ ਕ੍ਰਾਈਮ, ਤਾਂ ਜੋਏ ਤੇ ਉਹਨਾਂ ਕੋਈ ਅਸਰ ਨਹੀਂ ਹੋਇਆ। ਬਟ ਲੈਰੀਜ਼ ਲੈਟਰ ਹੈਡ ਅ ਪ੍ਰੋਫਾਊਂਡ ਇਫੈਕਟ ਔਨ ਹਿਮ। ਪ੍ਰੋਫਾਊਂਡ ਹੁੰਦਾ ਗਹਿਰਾ, ਪਰ ਜਿਹੜਾ ਲੈਰੀ ਦਾ ਲੈਟਰ ਹੈ ਉਸਨੇ ਜੋਏ ਕੇਲਰ ਉੱਪਰ ਬਹੁਤ ਅਸਰ ਹੈ ਜਿਹੜਾ ਡੂੰਘਾ ਅਸਰ ਕੀਤਾ। ਐਜ਼ ਅ ਰਿਜ਼ਲਟ, ਅਤੇ ਇਸ ਦਾ ਨਤੀਜਾ ਕੀ ਨਿਕਲਿਆ, ਹੀ ਸ਼ੂਟਸ ਹਿਮਸੈਲਫ। ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜੋਏ ਕੇਲਰ ਨੇ। ਸਾਈਕੋਲੋਜੀਕਲੀ ਮਨੋਵਿਗਿਆਨਿਕ ਤੌਰ ਤੇ ਦਿਸ ਸੁਸਾਈਡ ਇਜ਼ ਮੋਸਟ ਅਪਰੋਪਰੀਏਟ ਹੁੰਦਾ ਢੁਕਵੀਂ। ਸਾਈਕੋਲੋਜੀਕਲੀ ਕਹਿੰਦੇ ਕੀ ਹੈ, ਇਹ ਜਿਹੜੀ ਸੁਸਾਈਡ ਹੈ ਉਹ ਢੁਕਵੀਂ ਹੈ, ਮਤਲਬ ਕਿ ਹੋਣੀ ਚਾਹੀਦੀ ਸੀ, ਠੀਕ ਕਿਹਾ ਗਿਆ। ਫਾਰ ਨੋਰਮਲ ਹਿਊਮਨ, ਇੱਕ ਨੋਰਮਲ ਹਿਊਮਨ ਬੀਇੰਗ ਦੇ ਤੌਰ ਤੇ ਦਿਸ ਵੁੱਡ ਬੈਟਰ ਸੁਸਾਈਡ ਐਕਸ਼ਨ। ਇਹ ਇੱਕ ਬੈਟਰ ਸੁਸਾਈਡ ਐਕਸ਼ਨ ਸੀਗਾ। ਬਿਕੋਜ਼ ਓਨਲੀ ਅ
प्रोफैशनल, क्योंकि कहना ओनली सिर्फ प्रोफैशनल क्रिमीनल है जिहड़ा, ओनली अ प्रोफैशनल क्रिमीनल कैन बी सर्वाइव आफ्टर कमिटिंग सच अ क्राइम, क्योंकि कहना जिहड़ा प्रोफैशनल क्रिमीनल हुंदा है सिर्फ उही जिउंदा रह सकदा है कोई बड़ा गुनाह करके, क्राइम करके। जिहड़ा कहना बंदा प्रोफैशनल क्रिमीनल नहीं हुंदा, जिवें कि जॉय किलर प्रोफैशनल क्रिमीनल नहीं सीगा, सिर्फ उसने चलो ठीक है क्राइम करता सीगा, वो प्रोफैशनल नहीं सी, इसलिए उसने सुसाइड कर लिया। पर जेकर कहना कोई प्रोफैशनल क्रिमीनल हुंदा तां उसनूं कोई फर्क नहीं पैंदा हुंदा अपना जुर्म करन ते, तां उसनूं भी सुसाइड करन दी कोई जरूरत नहीं सी। प्रोफैशनल क्रिमीनल ही कहना जिउंदा रह सकदा है कोई क्राइम करके। इट इज़ नैवर टू लेट टू मैंड हुंदा है सुधार, ये कहना सुधार करना कोई इस सुधार दे विच कोई ज़्यादा देरी नहीं हुई क्योंकि जॉय किलर ने सुसाइड कर लिया। जॉय किलर सैल्फ पुनिशमेंट, जिहड़ी जॉय किलर ने अपने आप नूं सज़ा दित्ती सुसाइड करके, इज़ ड्रामैटिकली एप्रोप्रीएट, तां ये ड्रामैटिकली की है एप्रोप्रीएट सी, ढुकमी सी, है ना, ये ढुकमी सी कि उसने सही किया। इफ ही वर अलाइव, जेकर कहते वो जिउंदा हुंदा, ही वुड बी अ डिसग्रेस, तां उसनूं की है कलंक लगना सी टू द सोसाइटी, तां सोसाइटी उसनूं की है कलंकित समझदी, तां सोसाइटी का कलंक लग जाना सी जॉय किलर ते कि उसने ये जुर्म किया। थस द एंडिंग ऑफ द प्ले इज़ कंप्लीटली सैटिस्फैक्टरी, इसलिए कहना जी प्ले की एंडिंग है वो पूरी सैटिस्फैक्टरी है कि जॉय किलर ने जुर्म किया सी ते एंड के उपर वो सुसाइड कर जाता है। इस तरह जिहड़ा की है जॉय किलर अपने आप को सज़ा दे दिंदा है, खत्म कर दिंदा है। सो ये सीगा सैकंड जिहड़ा अपना लॉन्ग क्वेश्चन है एंडिंग ऑफ द प्ले जे कराया जाए। सो इस वीडियो के विच दो जिहड़ी आपां क्वेश्चन ने वो कर ले लॉन्ग। जेकर तुहानूं दोनों ही वधिया लगे ने, आसान लगे ने, तो वीडियो नूं लाइक शेयर ते कमेंट करो, और जेकर चैनल उपर नवे हो तो चैनल नूं सबसक्राइब करना बिल्कुल ना भुल्लिओ। सो मिलते अगली वीडियो लैके, उदों तक दिओ इजाजत। थैंक यू सो मच।